बहुत ही प्यारे बच्चों, ਅੱਜ ਆਪਾਂ ਫਿਰੋਜ਼ਦੀਨ ਸ਼ਰਫ ਜੀ ਦੀਆਂ ਰਚਨਾਵਾਂ ਦੇ ਬਾਰੇ ਪੜ੍ਹਾਂਗੇ। ਠੀਕ ਹੈ ਨਾ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਇੱਕ ਥੋੜੀ ਜੀ ਝਲਕ ਪਾ ਲੈਂਦੇ ਹਾਂ। ਠੀਕ ਹੈ। ਫਿਰੋਜ਼ਦੀਨ ਸ਼ਰਫ ਜੀ ਦਾ ਜਨਮ ਰਾਜਾ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਪਿੰਡ ਤੋਲਾ ਨੰਗਲ ਵਿੱਚ ਖਾਨ ਵੀਰੂ ਖਾਨ ਦੇ ਘਰ ਹੋਇਆ। ਆਪ ਦਾ ਬਚਪਨ ਪਿੰਡ ਵਿੱਚ ਗੁਜ਼ਰਿਆ। ਪਿਤਾ ਦਾ ਦੇਹਾਂਤ ਹੋ ਜਾਣ ਕਾਰਨ ਆਪ ਨੂੰ ਆਪਣੀ ਪੜ੍ਹਾਈ ਵਿੱਚੇ ਛੱਡਣੀ ਪਈ, ਪਰ ਆਪ ਦਾ ਕਵਿਤਾ ਸੁਣਨ ਅਤੇ ਪੜ੍ਹਨ ਦਾ ਸ਼ੌਂਕ ਜਾਰੀ ਰਿਹਾ। 14-15 ਸਾਲਾਂ ਦੀ ਉਮਰ ਵਿੱਚ ਹੀ ਆਪ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਆਪ ਨੂੰ ਪੰਜਾਬੀ ਬੋਲੀ ਨਾਲ ਬਹੁਤ ਪਿਆਰ ਸੀ, ਸੋ ਆਪ ਦੀਆਂ ਇਸ ਵਿਸ਼ੇ 'ਤੇ ਲਿਖੀਆਂ ਕਵਿਤਾਵਾਂ ਤੋਂ ਭਲੀ ਭਾਂਤ ਸਪਸ਼ਟ ਹੁੰਦਾ ਹੈ। ਆਪ ਦੀਆਂ ਲਗਭਗ 31 ਪੁਸਤਕਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਸ਼ਰਫ ਸੁਨੇਹੇ, ਸ਼ਰਫ ਦੇ ਗੀਤ, ਜੋਗਣ, ਹੀਰ ਸਿਆਲ ਨਾਟਕ ਆਦਿ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹਨ। ਬੱਚੋ ਮਤਲਬ ਕਮਾਲ ਦੇ ਕਵੀ, ਬਹੁਤ ਸੋਹਣਾ ਲਿਖਿਆ ਇਹਨਾਂ ਨੇ, ਬਹੁਤ ਜ਼ਿਆਦਾ। ਅਤੇ ਮੈਂ ਪੰਜਾਬੀ ਬੱਚੋ ਇਹ ਗਾਇਆ ਬਹੁਤ ਸੋਹਣਾ। ਵੈਸੇ ਸਾਰੀ ਕਵਿਤਾ ਨੂੰ ਅਸਲ 'ਚ ਪੜ੍ਹਨ ਦਾ ਜਿਹੜਾ ਹੁੰਦਾ ਨਾ, ਉਹ ਆਪਾਂ ਇਹ ਨਹੀਂ ਹੈਗਾ ਵੀ ਪੜ੍ਹਨਾ, ਮੈਂ ਤਾਂ ਤੁਹਾਨੂੰ ਵਿਆਖਿਆ ਦੱਸਦੀ ਹਾਂ, ਪਰ ਇਸ ਨੂੰ ਆਪਾਂ ਪੜ੍ਹਨਾ ਹੁੰਦਾ। ਠੀਕ ਹੈ। ਜਿਵੇਂ ਪਹਿਲੀ ਹੈ ਵੀ ਮੈਂ ਪੰਜਾਬੀ ਮਤਲਬ ਪੰਜਾਬ ਦਾ ਕੋਈ ਬੰਦਾ ਏ, ਉਹ ਆਪਣੇ ਬਾਰੇ ਕੀ ਦੱਸਦਾ ਏ, ਉਹ ਸਾਰੀ ਇਹਦੇ ਵਿੱਚ ਗੱਲਬਾਤ। ਇਹ ਉਂਝ ਤਾਂ ਆਪਾਂ ਕਹਿੰਦੇ ਵੀ ਮੈਂ ਪੰਜਾਬੀ, ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ। ਇਹ ਵੈਸੇ ਕਿੱਦਾਂ ਗਾਈ ਜਾਂਦੀ ਹੈ? ਮੈਂ ਪੰਜਾਬੀ, ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ। ਸੋ ਬੱਚੋ ਸਾਰੇ ਇਸ ਤਰ੍ਹਾਂ ਹੀ ਗਾਈ ਜਾ ਸਕਦੀ ਹੈ। ਠੀਕ ਹੈ ਨਾ। ਇਹ ਆਪਾਂ ਪ੍ਰਸੰਗ ਪੜ੍ਹ ਲੈਂਦੇ ਹਾਂ ਥੋੜ੍ਹਾ ਜਿਹਾ। ਇਹ ਕਾਵਿ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮੈਂ ਪੰਜਾਬੀ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਪੰਜਾਬ ਅਤੇ ਪੰਜਾਬੀ ਬੋਲੀ ਨਾਲ ਪਿਆਰ ਨੂੰ ਅੰਕਿਤ ਕਰਦਾ ਹੈ। ਠੀਕ ਹੈ ਬੱਚੋ। ਪ੍ਰਸੰਗ ਹਰ ਸਤਰ ਦੇ ਸਾਹਮਣੇ ਆਪਾਂ ਇੱਦਾਂ ਹੀ ਲਿਖਣਾ ਹੈ ਵੀ ਮੈਂ ਪੰਜਾਬੀ, ਪੰਜਾਬ ਦੇ ਵਿੱਚ ਰਹਿਣ ਵਾਲਾ ਹਾਂ, ਮੈਂ ਪੇਂਡੂ ਹਾਂ ਭਾਵੇਂ ਦੇਖਣ ਨੂੰ, ਪਰ ਮੈਂ ਇੱਕ ਸ਼ਹਿਰੀ ਮਤਲਬ ਇੱਕ ਵਧੀਆ ਆਚਾਰ ਵਿਹਾਰ ਵਾਲਾ ਹਾਂ, ਸਮਝਾਂ ਕੀ ਸਮਝਦਾ ਏ ਮੈਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਮੈਂ ਫਾਰਸੀ ਵੀ ਸਮਝਦਾ, ਉਰਦੂ ਵੀ ਬੋਲਦਾ, ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ, ਮਤਲਬ ਬੋਲਦਾ ਹਾਂ, ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਬੋਲਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ। ਜਿਵੇਂ ਹੁੰਦਾ ਨਾ ਬੱਚੋ, ਅੰਗਰੇਜ਼ੀ ਲੋਕ ਜਿਹੜੇ ਬੋਲਦੇ ਨੇ ਪੰਜਾਬੀ ਨੂੰ ਕਹਿੰਦੇ ਨੇ ਵੀ ਇਹ ਤਾਂ ਪੇਂਡੂਆਂ ਦੀ ਭਾਸ਼ਾ ਹੈ। ਨਹੀਂ, ਆਪਾਂ ਆਪਣੀ ਮਾਂ ਨੂੰ ਇਹ ਪੇਂਡੂ ਕਹਾਂਗੇ ਤਾਂ ਆਪਾਂ ਨੂੰ ਕੋਈ ਵੀ ਭਾਸ਼ਾ ਢੋਏ ਨਹੀਂ ਦੇ ਸਕਦੀ। ਠੀਕ ਆ। ਭਾਵੇਂ ਮੈਂ ਪਰ ਆਪਣੀ ਮਾਂ ਨੂੰ ਮੈਂ ਬਹੁਤ ਪਿਆਰ ਕਰਦਾ ਏ। ਬਹੁਤ ਸੋਹਣਾ ਬੱਚੇ ਲਿਖਦੇ ਸੀ ਇਹ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਿਕ ਮੁੱਢੋਂ ਮੈਂ ਇਸ ਉਮੰਗਦਾ ਹਾਂ। ਠੀਕ ਹੈ ਨਾ। ਵੀ ਮੇਰੀ ਪੰਜਾਬੀ ਨੂੰ ਮਾਣ ਮਿਲਣਾ ਚਾਹੀਦਾ, ਵੀ ਮੈਂ ਕਿਸੇ ਜਿਹੜੀ ਪੰਜਾਬਣ ਦੀ ਵੰਗ ਦਾ ਟੁਕੜਾ ਏ। ਠੀਕ ਹੈ ਨਾ। ਤਾਂ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਕਿਸੇ ਪੰਜਾਬ ਦੀ ਸੁਹਾਗਣ ਦੀ ਨੱਥ ਦੇ ਮੋਤੀ ਅਤੇ ਉਸ ਦੀ ਵੰਗ ਦਾ ਟੁਕੜਾ ਸਮਝਦੇ ਹਨ, ਇਸੇ ਤਰ੍ਹਾਂ ਉਹ ਪੰਜਾਬੀ ਬੋਲੀ ਨੂੰ ਵੀ ਆਪਣੀ ਸਮਝਦੇ ਹਨ। ਠੀਕ ਹੈ ਬੱਚੋ। ਫਿਰ ਅੱਗੇ ਆ ਗਿਆ, ਆਸ਼ਿਕ ਮੁੱਢੋਂ ਮੈਂ ਇਸ ਉਮੰਗਦਾ ਹਾਂ, ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ 'ਤੇ ਟੰਗਦਾ ਹਾਂ, ਮੈਂ ਪੰਜਾਬੀ, ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਕਵੀ ਕਹਿੰਦਾ ਹੈ ਬੱਚਿਓ ਕਿ ਇਸ ਖਾਹਿਸ਼ ਦਾ ਮੈਂ ਆਸ਼ਿਕ ਹਾਂ ਕਿ ਪੰਜਾਬੀ ਬੋਲੀ ਨੂੰ ਉਸਦੇ ਦੇਸ਼ ਵਿੱਚ ਪੂਰਾ ਪੂਰਾ ਮਾਣ ਸਤਿਕਾਰ ਮਿਲੇ। ਉਹ ਤਾਂ ਮਹਾਨ ਕਵੀਆਂ ਵਾਰਿਸ ਸ਼ਾਹ ਅਤੇ ਬੁੱਲੇ ਵਾਂਗ ਹੀ ਆਪਣੀ ਜ਼ਿੰਦਗੀ ਨੂੰ ਪੰਜਾਬ ਤੇ ਪੰਜਾਬੀਅਤ ਦੇ ਰੰਗ ਵਿੱਚ ਡੋਬ ਡੋਬ ਕੇ ਰੰਗਦਾ ਹੈ, ਅਤੇ ਉਹਨਾਂ ਵਾਂਗ ਹੀ ਪੰਜਾਬੀ ਬੋਲੀ ਵਿੱਚ ਕਵਿਤਾ ਕਹਿੰਦਾ ਹੈ। ਉਹ ਅਜਿਹੀ ਅਕਲ ਨੂੰ ਆਪਣੇ ਦਿਮਾਗ ਵਿੱਚ ਰੱਖਣ ਲਈ ਤਿਆਰ ਨਹੀਂ,
ਜਿਹੜੀ ਉਸ ਨੂੰ ਇਹ ਸਿਖਾਵੇ ਕਿ ਉਹ ਪੰਜਾਬ ਵਿੱਚ ਰਹਿ ਕੇ ਆਪਣੀ ਬੋਲੀ ਪੰਜਾਬੀ ਵਿੱਚ ਗੱਲਾਂ ਕਰਨ ਵਿੱਚ ਆਪਣੀ ਹੇਠੀ ਸਮਝਦੇ ਹਨ। ਠੀਕ ਹੈ। ਯੂਪੀ ਦੀ ਬੋਲੀ ਹਿੰਦੀ ਵਿੱਚ ਗੱਲਾਂ ਕਰੇ, ਉਹ ਇਹੋ ਜਿਹੇ ਨਹੀਂ ਹਨ। ਉਸ ਨੂੰ ਆਪਣੀ ਬੋਲੀ ਦੱਸੇ। ਉਹ ਪੰਜਾਬੀ ਹੈ, ਪੰਜਾਬ ਦਾ ਸੇਵਕ ਹੈ, ਇਸ ਕਰਕੇ ਉਹ ਸਦਾ ਪੰਜਾਬੀ ਬੋਲੀ ਦੇ ਭਲੇ ਦੀ ਇੱਛਾ ਕਰਦਾ ਹੈ। ਬੱਚੋ ਕਮਾਲ ਹੈ। ਦੇਖੋ ਮੈਂ ਜਦੋਂ ਸੋਚਦੀ ਹਾਂ ਨਾ ਵੀ ਆਪਾਂ ਦੇਖੋ ਪੰਜਾਬੀ ਇੰਨੀ ਸੋਹਣੀ ਭਾਸ਼ਾ, ਦੇਖੋ ਭਾਸ਼ਾ ਕੋਈ ਮਾੜੀ ਨਹੀਂ ਹੁੰਦੀ, ਆਪਾਂ ਨਫ਼ਰਤ ਨਹੀਂ ਕਰਨੀ ਕਿਸੇ ਭਾਸ਼ਾ ਨੂੰ, ਸਿੱਖਣੀਆਂ ਨੇ ਵੱਧ ਤੋਂ ਵੱਧ ਭਾਸ਼ਾਵਾਂ, ਪਰ ਦੂਜਿਆਂ ਦੀ ਭਾਸ਼ਾ ਨੂੰ ਅਪਣਾ ਕੇ ਆਪਾਂ ਆਪਣੀ ਭਾਸ਼ਾ ਨੂੰ ਨਫ਼ਰਤ ਨਾ ਕਰੀਏ, ਇਹਨੂੰ ਪੇਂਡੂ ਅਤੇ ਗੁਆਰਾਂ ਦੀ ਭਾਸ਼ਾ ਨਾ ਸਮਝੀਏ, ਹੈ ਨਾ ਬੱਚੋ। ਦੇਖਦੇ ਹਾਂ ਆਪਾਂ ਜਿਹੜੇ ਆਪਣੇ ਆਪ ਨੂੰ ਬਹੁਤ ਸਮਝਦੇ ਨੇ, ਬਾਜ਼ਾਰਾਂ ਦੇ ਵਿੱਚ ਜਾ ਕੇ ਉਹ ਹਿੰਦੀ ਅੰਗਰੇਜ਼ੀ ਬੋਲਦੇ ਨੇ, ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦੇ ਨੇ, ਪੰਜਾਬੀ ਨੂੰ ਦੱਸਦੇ ਨੇ ਵੀ ਤਾਂ ਪੇਂਡੂ ਜਾ, ਹੈ ਨਾ। ਨਹੀਂ, ਭਾਸ਼ਾ ਹਰ ਕੋਈ ਆਉਣੀ ਚਾਹੀਦੀ ਹੈ। ਭਾਸ਼ਾ ਕੀ ਹੁੰਦੀ ਹੈ ਬੱਚੋ? ਆਪਣੇ ਮਨ ਦੇ ਵਿਚਾਰ ਹੀ ਆਪਾਂ ਪੇਸ਼ ਕਰਦੇ ਹਾਂ ਦੂਜਿਆਂ ਦੇ ਸਾਹਮਣੇ, ਜਿਹੜੇ ਚੰਗੇ ਮਾੜੇ ਕਿੱਦਾਂ ਹੋ ਸਕਦੇ ਨੇ। ਹਿੰਦੀ ਆਪਣੇ ਆਪ ਦੇ ਵਿੱਚ ਭਾਸ਼ਾ ਹੈ, ਇੰਗਲਿਸ਼ ਵੀ ਆਪਣੇ ਆਪ ਦੇ ਵਿੱਚ ਭਾਸ਼ਾ ਹੈ, ਪਰ ਪੰਜਾਬੀ ਬੋਲੋ, ਜਿੱਥੇ ਪੰਜਾਬੀ ਬੋਲਣ ਦੀ ਲੋੜ ਆ ਪੰਜਾਬੀ ਬੋਲੋ, ਹੈ ਨਾ। ਸੋ ਇਸ ਕਰਕੇ ਆਪਣੀ ਬੋਲੀ ਨੂੰ ਆਪਾਂ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ, ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ, ਪਰ ਆਪਣੀ ਭਾਸ਼ਾ ਮਾਤ ਭਾਸ਼ਾ ਨੂੰ ਪਿਆਰ ਕਰਾਂਗੇ ਬੱਚੋ, ਤਾਂ ਹੀ ਲੋਕ ਆਪਾਂ ਨੂੰ ਪਿਆਰ ਕਰਨਗੇ। ਚਾਹੇ ਆਪਾਂ ਜਿੰਨਾ ਅੰਗਰੇਜ਼ ਬਣ ਜਾਈਏ, ਪਰ ਉਹਨਾਂ ਲਈ ਆਪਾਂ ਹਮੇਸ਼ਾ ਅਜਨਬੀ ਹੀ ਰਹਿੰਦੇ ਹਾਂ, ਠੀਕ ਹੈ ਨਾ। ਉਹਨਾਂ ਦਾ ਹਿੱਸਾ ਕਦੀ ਨਹੀਂ ਬਣ ਸਕਦੇ ਆਪਾਂ, ਠੀਕ ਹੈ। ਇਸ ਕਰਕੇ ਆਪਣੇ ਆਪ ਨੂੰ ਉੱਚਾ ਚੁੱਕੋ ਕਿ ਉਹ ਤਰਸਣ ਵੀ ਹਾਂ ਅਸੀਂ ਇਹ ਬੋਲੀ ਬੋਲੀਏ, ਠੀਕ ਹੈ ਨਾ। ਬਹੁਤ ਸੋਹਣੀ ਇਹੀ ਇਹਨਾਂ ਦੀ ਕੇਂਦਰੀ ਭਾਵ ਹੀ ਹੈ ਵੀ ਮਾਂ ਬੋਲੀ ਨਾਲ ਅਥਾਹ ਪਿਆਰ ਹੈ। ਜਿਵੇਂ ਕਵੀ ਕਹਿੰਦਾ ਹੈ ਵੀ ਉਹ ਹਮੇਸ਼ਾ ਇਹੋ ਚਾਹੁੰਦਾ ਹੈ ਕਿ ਪੰਜਾਬੀ ਬੋਲੀ ਨੂੰ ਆਪਣੇ ਦੇਸ਼ ਵਿੱਚ ਪੂਰਾ ਮਾਣ ਸਤਿਕਾਰ ਮਿਲੇ। ਜਿਵੇਂ ਵੀ ਆਪਣੇ ਸੁਰਜੀਤ ਪਾਤਰ ਜੀ ਵੀ ਕਹਿੰਦੇ ਨੇ ਬੱਚੋ ਵੀ ਪੰਜਾਬੀ ਮੈਂ ਇਹੋ ਜਿਹੇ ਦੇਸ਼ ਵਿੱਚ ਰਹਿੰਦਾ ਹਾਂ ਵੀ ਜਿੱਥੇ ਮਾਂ ਬੋਲੀ ਬੋਲਣ 'ਤੇ ਜੁਰਮਾਨਾ ਦੇਣਾ ਪੈਂਦਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ, ਹੈ ਨਾ। ਉਹ ਹਮੇਸ਼ਾ ਪੰਜਾਬ ਦਾ ਸੇਵਕ ਬਣ ਕੇ ਰਹਿੰਦਾ ਹੈ, ਇਸ ਤਰ੍ਹਾਂ, ਹੈ ਨਾ। ਇਸ ਦੀ ਬੋਲੀ ਦੀ ਖੈਰ ਮੰਗਦਾ ਹੈ। ਇਹੀ ਸਾਰਾ ਕੁਛ, ਪਰ ਇਕੱਲਾ ਪਈ ਨਹੀਂ ਲਿਖਣਾ, ਹੋਰ ਬਹੁਤ ਕੁਛ ਲਿਖ ਸਕਦੇ ਹਾਂ, ਠੀਕ ਹੈ ਬੱਚੋ। ਪ੍ਰਸ਼ਨ ਉੱਤਰ ਦੇਖਦੇ ਹਾਂ। ਮੈਂ ਪੰਜਾਬੀ ਕਿਹਨਾਂ ਨੇ ਲਿਖਿਆ? ਫਿਰੋਜ਼ਦੀਨ ਸ਼ਰਫ ਨੇ। ਅਤੇ ਮੈਂ ਪੰਜਾਬੀ ਕਵਿਤਾ ਵਿੱਚ ਕਵੀ ਕਿਸ ਦੀ ਖੈਰ ਮੰਗਦਾ ਹੈ? ਪੰਜਾਬੀ ਬੋਲੀ ਦੀ। ਕਵੀ ਆਪਣੇ ਆਪ ਨੂੰ ਕਿਸ ਦੀ ਨੱਥ ਦਾ ਮੋਤੀ ਕਹਿੰਦਾ ਹੈ? ਵੰਗ ਦਾ ਟੁਕੜਾ ਸਮਝਣ ਦਾ ਹੈ, ਮਤਲਬ ਪੰਜਾਬਣ ਦੀ, ਠੀਕ ਹੈ। ਕਵੀ ਦੀ ਇੱਛਾ ਹੈ ਕਿ ਉਸਦੇ ਦੇਸ਼ ਵਿੱਚ ਕਿਸ ਬੋਲੀ ਨੂੰ ਮਾਣ ਮਿਲੇ? ਪੰਜਾਬੀ ਨੂੰ। ਮੈਂ ਪੰਜਾਬੀ ਕਵਿਤਾ ਵਿੱਚ ਕਵੀ ਆਪਣੇ ਆਪ ਨੂੰ ਕਿਸ ਦਾ ਸੇਵਕ ਦੱਸਦਾ ਹੈ? ਪੰਜਾਬੀ ਬੋਲੀ ਦਾ। ਮੈਂ ਪੰਜਾਬੀ ਕਵਿਤਾ ਅਨੁਸਾਰ ਕਿਹੜੀ ਕਿਹੜੀ ਬੋਲੀ ਜਾਣਦਾ ਹੈ? ਪੰਜਾਬੀ, ਉਰਦੂ, ਫਾਰਸੀ ਅਤੇ ਅੰਗਰੇਜ਼ੀ। ਮੈਂ ਪੰਜਾਬੀ ਕਵਿਤਾ ਵਿੱਚ ਕਿਹੜੇ ਕਿਹੜੇ ਪੰਜਾਬੀ ਸ਼ਾਇਰਾਂ ਦਾ ਜ਼ਿਕਰ ਆਇਆ ਹੈ? ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ। ਪੰਜਾਬ ਦੇ ਉਰਦੂ, ਫਾਰਸੀ, ਅੰਗਰੇਜ਼ੀ ਜਾਣਦਿਆਂ ਹੋਇਆਂ ਵੀ ਜੋ ਕਵੀ ਹੈ ਉਹਦੀ ਪਸੰਦੀਦਾ ਬੋਲੀ ਕਿਹੜੀ ਹੈ? ਪੰਜਾਬੀ। ਅਤੇ ਬੱਚਿਓ ਅੱਗੇ ਆ ਗਿਆ ਮਾਂ ਦਾ ਦਿਲ। ਬਹੁਤ ਸੋਹਣੀ ਇੱਕ ਕਹਾਣੀ ਹੈ, ਛੋਟੀ ਜਿਹੀ ਕਹਾਣੀ, ਠੀਕ ਹੈ ਨਾ। ਮਾਂ ਦਾ ਦਿਲ ਇੰਨੀ ਸੋਹਣੀ ਕਵਿਤਾ ਹੈ ਵੀ ਮਾਂ ਨੂੰ ਜੇ ਕੋਈ ਬੱਚਾ ਮਤਲਬ ਇੰਨਾ ਨਫ਼ਰਤ ਕਰਦਾ ਹੈ, ਮਾਂ ਨੂੰ ਜ਼ੁਲਮ ਕਰਦਾ ਹੈ, ਪਰ ਫਿਰ ਵੀ ਮਾਂ ਹਮੇਸ਼ਾ ਕਹਿੰਦੀ ਹੈ ਵੀ ਮੇਰਾ ਪੁੱਤਰ ਜਿਉਂਦਾ ਰਹੇ। ਕਦੇ ਵੀ ਮਾਂ ਦੇ ਮੂੰਹ 'ਚੋਂ ਬਦਦੁਆ ਨਹੀਂ ਆਪਣੇ ਪੁੱਤਰ ਲਈ ਨਿਕਲਦੀ। ਇਹੀ ਛੋਟੀ ਜਿਹੀ ਕਹਾਣੀ ਹੈ। ਪ੍ਰਸੰਗ ਹਰ ਕਿਤੇ ਆਪਾਂ ਹੀ ਲਿਖਣਾ ਵੀ ਇਹ ਕਾਵਿ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਦੀ ਕਵਿਤਾ ਮਾਂ ਦੇ ਦਿਲ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਇੱਕ ਅਜਿਹੇ ਕਪੁੱਤਰ, ਮਤਲਬ ਜਿਹੜਾ ਬਹੁਤ ਗੰਦਾ ਪੁੱਤਰ ਹੈ, ਦੀ ਕਰਤੂਤ ਪੇਸ਼ ਕੀਤੀ ਹੈ ਜੋ ਆਪਣੀ ਮਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਆਪਣੀ ਮਾਂ ਨੂੰ ਮਾਰ ਦਿੰਦਾ ਹੈ। ਪਰ ਦੂਜੇ ਪਾਸੇ ਇਹ ਮਾਂ ਦਾ ਦਿਲ ਮਰ ਚੁੱਕੇ ਹੋਣ ਤੋਂ ਬਾਅਦ ਵੀ ਆਪਣੇ ਪੁੱਤਰ ਦੀ ਸੁੱਖ ਮੰਗਦਾ ਹੈ। ਕਹਾਣੀ ਆ ਬੱਚੋ, ਇਹਨਾਂ ਨੂੰ ਧਿਆਨ ਨਾਲ ਪੜ੍ਹਿਆ ਕਰੋ, ਸੱਚੀ ਬਹੁਤ ਸੋਹਣੀਆਂ ਨੇ। ਮਾਂ ਛਾਂ ਜ਼ਿੰਦਗੀ ਦੇ ਨਿੱਕੜੇ ਜਿਹੇ ਦਿਲ ਵਿੱਚ, ਸੋਮਾ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ, ਅੱਜ ਤੀਕਣ ਜਿਹਦਾ ਕਿਸੇ ਥਾਂ ਤਲਾ ਨਹੀਂ ਲੱਭਾ, ਮਾਰ ਮਾਰ ਡੁੱਬੀਆਂ ਹੈ ਸਾਰਾ ਜੱਗ ਹਾਰਿਆ। ਥੌ ਪਤਾ ਕੀ ਹੁੰਦਾ ਬੱਚੋ? ਵੀ ਪਤਾ ਨਾ ਮਿਲਣਾ। ਵੀ ਮਾਂ ਤਾਂ ਬਸ ਇੱਕ ਛੋਟੇ ਜਿਹੇ ਦਿਲ ਦੇ ਵਿੱਚ ਬਹੁਤ ਮੁਹੱਬਤਾਂ ਦਾ ਵੱਡੇ ਵੱਡੇ ਸੋਮੇ ਭਰੀ ਬੈਠੀ ਹੈ, ਵੀ ਅੱਜ ਤੱਕ ਕਿਸੇ ਨੂੰ ਥੌ ਪਤਾ ਨਹੀਂ ਮਿਲਦਾ। ਵੀ ਡੁੱਬੀਆਂ ਮਾਰ ਮਾਰ ਕੇ ਭਾਵੇਂ ਲੋਕ ਦੇਖ ਲਏ, ਪਰ ਫਿਰ ਵੀ ਮਾਂ ਦੇ ਦਿਲ ਦਾ ਕੋਈ ਵੀ ਭੇਤ ਨਹੀਂ ਪਾ ਸਕਿਆ। ਇੰਨਾ ਮੁਹੱਬਤਾਂ ਦਾ ਖਜ਼ਾਨਾ ਹੈ। ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਾਰਿਆ। ਵੀ ਵੱਡੇ ਵੱਡੇ ਲਿਖਾਰੀਆਂ ਨੇ ਮਾਂ ਦੇ ਪਿਆਰ ਦਾ ਫੋਟੋ ਉਤਾਰਿਆ ਆਪਣੀਆਂ ਲਿਖਤਾਂ ਦੇ ਰਾਹੀਂ। ਮੈਂ ਵੀ ਤਸਵੀਰ ਇੱਕ ਨਿੱਕੀ ਜਿਹੀ ਵਿਕਲਾਨਾ ਹਾਂ,
ਸ਼ਾਇਰੀ ਦੇ ਰੰਗ ਨਾਲ ਜਿਹਨੂੰ ਮੈਂ ਸਵਾਰਿਆ, ਮਤਲਬ ਸ਼ਾਇਰੀ ਦੇ ਨਾਲ ਮੈਂ ਜਿਹਨੂੰ ਸਵਾਰਿਆ, ਇੱਕ ਨਿੱਕੀ ਜਿਹੀ ਮਾਂ ਦੇ ਪਿਆਰ ਦੀ ਤਸਵੀਰ ਦਿਖਾਉਂਦਾ ਹਾਂ। ਸਹਿਕ ਸਹਿਕ ਪੁੱਤ ਲੱਭਾ ਇੱਕ ਮਾਂ ਤੱਤੜੀ ਨੂੰ। ਠੀਕ ਹੈ ਨਾ, ਵੀ ਇੱਕ ਮਾਂ ਨੂੰ ਸਹਿਕ ਸਹਿਕ ਮਤਲਬ ਬਹੁਤ ਸੁੱਖਾਂ ਸੁੱਖ ਕੇ ਇੱਕ ਪੁੱਤਰ ਲੱਭਾ। ਤੱਤੜੀ ਮਤਲਬ ਬਦਕਿਸਮਤ, ਵੀ ਉਹਨੂੰ ਪੁੱਤ ਨਹੀਂ ਸੀ ਹੋ ਰਿਹਾ, ਹੈ ਨਾ, ਔਲਾਦ ਨਹੀਂ ਸੀ ਹੋ ਰਹੀ। ਲੱਖ ਲੱਖ ਸ਼ੁਕਰ ਉਹਨੇ ਰੱਬ ਦਾ ਗੁਜ਼ਾਰਿਆ, ਹੁੰਦੇ ਤਾਣ ਪੁੱਤ ਨੂੰ ਨਾ ਵਾਹ ਤੱਤੀ ਪਾਉਣ ਦਿੱਤੀ। ਵੀ ਮਾਂ ਨੇ ਵੀ ਕਿਸਮਤ ਦੀ ਮਾਰੀ ਇੱਕ ਮਾਂ ਨੂੰ ਸਹਿਕ ਸਹਿਕ ਕੇ ਇੱਕ ਪੁੱਤਰ ਲੱਭਾ, ਮਤਲਬ ਮਸਾਂ ਪ੍ਰਾਪਤ ਕੀਤਾ, ਤਾਂ ਉਸਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ। ਜਿੰਨਾ ਚਿਰ ਉਸਦੇ ਸਰੀਰ ਵਿੱਚ ਤਾਕਤ ਸੀ ਉਹਨੇ ਆਪਣੇ ਪੁੱਤਰ ਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਠੀਕ ਹੈ ਨਾ, ਬਿਲਕੁਲ ਦੁੱਖ ਨਹੀਂ ਆਉਣ ਦਿੱਤੇ। ਦੁੱਖ ਵੇਲੇ ਉਹਨੇ ਇੱਕ ਆਪਣੀ ਨੂੰ ਠਾਰਿਆ, ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰੇ ਬਿੱਤੇ, ਬੈਠਾ ਫੇਰ ਰੇੜਿਆ ਤੁਰਾਇਆ ਤੇ ਖਿਲਾਰਿਆ। ਠੀਕ ਹੈ ਨਾ, ਉਸਨੇ ਉਸਦੇ ਦੁੱਖਾਂ ਨੂੰ ਆਪਣੇ ਉੱਤੇ ਝੱਲ ਕੇ ਆਪਣੀ ਹਿੱਕ ਨੂੰ ਠਾਰਿਆ। ਦਿਨ ਮਹੀਨੇ ਵਰੇ ਬੀਤਦੇ ਗਏ, ਸਮਾਂ ਪਾ ਕੇ ਪੁੱਤਰ ਪਹਿਲਾਂ ਬੈਠਣਾ ਸਿੱਖਿਆ, ਫਿਰ ਰੇੜਨਾ ਸਿੱਖਿਆ, ਫਿਰ ਖੇਡਣਾ ਸਿੱਖਿਆ। ਠੀਕ ਹੈ ਨਾ ਬੱਚੇ ਜਿਵੇਂ ਵੱਡੇ ਹੁੰਦੇ ਨੇ। ਦੇ ਦੇ ਵਾਰ ਲੋਰੀਆਂ ਮੁਹੱਬਤਾਂ ਅਸੀਸਾਂ ਵਾਲੇ, ਮਾਂ ਨੇ ਮੁਨਾਰਾ ਖੁਸ਼ੀ ਆਸ ਦਾ ਉਸਾਰਿਆ। ਠੀਕ ਹੈ ਨਾ, ਵੀ ਮਾਂ ਨੇ ਕੀ ਕੀਤਾ, ਲੋਰੀਆਂ ਦੇ ਕੇ, ਮੁਹੱਬਤਾਂ ਦੇ ਕੇ, ਖੁਸ਼ੀ ਭਰੀ ਆਸ ਦੇ ਨਾਲ ਆਪਣੇ ਪੁੱਤਰ ਰੂਪੀ ਮਨਾਰੇ ਨੂੰ, ਮਤਲਬ ਚਾਨਣ ਮਨਾਰਾ ਨਹੀਂ ਆਪਾਂ ਕਹਿੰਦੇ, ਵੀ ਉਹਨੂੰ ਉਸਾਰ ਦਿੱਤਾ ਇੱਕ। ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਆ ਗਿਆ ਬੱਚੋ, ਫੁੱਟ ਪਈ ਅੰਗੂਰੀ ਕੱਕੀ ਗੋਰੇ ਗੋਰੇ ਮੁਖੜੇ ਤੇ, ਫੁੱਲ ਵਾਂਗੂ ਆਣ ਕੇ ਜਵਾਨੀ ਨੇ ਸ਼ਿੰਗਾਰਿਆ। ਮਤਲਬ ਉਹ ਜਵਾਨ ਹੋ ਗਿਆ ਸੀ। ਅੰਗੂਰੀ ਮਤਲਬ ਥੋੜ੍ਹੀ ਥੋੜ੍ਹੀ ਜੋ ਭੂਰ ਮਾਰਨ ਲੱਗ ਗਈ ਸੀ, ਹੈ ਨਾ, ਦਾੜੀ ਮੁੱਛਾਂ ਆਉਣ ਲੱਗ ਗਈਆਂ ਸੀ ਥੋੜ੍ਹੀਆਂ ਛੋਟੀਆਂ, ਅਤੇ ਜਵਾਨ ਹੋਣ ਲੱਗ ਗਿਆ ਸੀ ਉਹ ਮੁੰਡਾ। ਸੱਦਰਾਂ ਮੁਰਾਦਾਂ ਵਾਲੇ ਦਿਨ ਜਦੋਂ ਨੇੜੇ ਢੁੱਕੇ, ਹੋਣੀ ਹੂਰਾ ਆਣ ਉਦੋਂ ਚੀਣਾ ਇਹ ਖਿਲਾਰਿਆ। ਹੋਣੀ ਕੀ ਹੁੰਦੀ ਹੈ, ਤਕਦੀਰ, ਮਤਲਬ ਆਪਾਂ ਕਹਿੰਦੇ ਨਹੀਂ ਫਲਾਣੇ ਬੰਦੇ ਦੀ ਹੋਣੀ ਸੀ। ਕਵੀ ਲਿਖਦਾ ਹੈ ਕਿ ਜਵਾਨ ਹੋਣ ਤੋਂ ਬਾਅਦ ਉਸ ਮੁੰਡੇ ਦੇ ਗੋਰੇ ਮੁਖੜੇ 'ਤੇ ਕੱਕੀਆਂ ਕੱਕੀਆਂ ਮੁੱਛਾਂ ਫੁੱਟਣ ਲੱਗ ਪਈਆਂ। ਉਸ ਦੇ ਫੁੱਲਾਂ ਵਰਗੇ ਚਿਹਰੇ ਨੂੰ ਹੋਰ ਵੀ ਸ਼ਿੰਗਾਰ ਦਿੱਤਾ। ਜਵਾਨ ਹੋਣ 'ਤੇ ਸਾਦਰਾਂ ਅਤੇ ਮੁਰਾਦਾਂ ਵਾਲੇ ਦਿਨ ਨੇੜੇ ਆ ਗਏ। ਠੀਕ ਹੈ, ਹੋਣੀ ਨੇ ਆ ਕੇ ਇੱਕ ਹੋਰ ਹੀ ਭਾਣਾ ਵਰਤਾ ਦਿੱਤਾ। ਠੀਕ ਹੈ ਨਾ, ਵੀ ਅਰਥਾਤ ਹੋਣੀ ਆਪਣਾ ਵਾਰ ਕਰਨ ਲੱਗੀ। ਤੂਰੇ ਤੂਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ, ਖਿੱਚ ਕੇ ਦੋਗਾੜਾ ਖੂਨੀ ਨੈਣਾਂ ਵਿੱਚੋਂ ਮਾਰਿਆ। ਕਾਲੇ ਕਾਲੇ ਵਾਲਾਂ ਦਿਆਂ ਕੁੰਡਲਾਂ ਤੇ ਵਲਾਂ ਵਿੱਚ, ਚੰਦ ਪੁੱਤ ਮਾਂ ਦਾ ਉਹ ਗਿਆ ਪਰਵਾਰਿਆ। ਠੀਕ ਹੈ ਨਾ, ਫਿਰ ਉਹ ਤੋਂ ਬਾਅਦ ਇੱਕ ਹੋਣੀ ਬਹੁਤ ਸੁੰਦਰ ਇਸਤਰੀ ਦੇ ਰੂਪ ਦੇ ਵਿੱਚ ਆ ਕੇ ਖੜੀ ਹੋ ਗਈ, ਕਾਲੇ ਕਾਲੇ ਵਾਲ ਉਹਦੇ, ਹੈ ਨਾ, ਤਾਂ ਲੜਕੇ ਨੂੰ ਉਹ ਕੁੜੀ ਜੋ ਬਹੁਤ ਵਧੀਆ ਲੱਗੀ, ਤਾਂ ਅਸਲ ਦੇ ਵਿੱਚ ਇਹ ਕੋਈ ਹੋਰ ਹੀ ਸੀ, ਹੋਣੀ ਉਹ ਸੀ, ਚੰਦ ਪੁੱਤ ਮਾਂ ਦਾ ਉਹ ਗਿਆ ਪਰਵਾਰਿਆ। ਵੀ ਉਹਨੇ ਆਪਣੇ ਵਰਗਲਾ ਲਿਆ ਸੀ ਜਿਹੜਾ ਮਾਂ ਦਾ ਪੁੱਤਰ ਸੀਗਾ। ਬਿੱਟ ਬਿੱਟ ਵੇਂਦੇ ਉਹਨੂੰ ਉਸ ਨਾਰੀ ਪੁੱਛਿਆ ਏ, ਵੀ ਉਹ ਲਗਾਤਾਰ ਉਹਦੇ ਵੱਲ ਦੇਖ ਰਿਹਾ ਸੀ। ਉਸ ਨਾਰੀ ਨੇ ਉਸਨੂੰ ਪੁੱਛਿਆ, ਇੱਥੇ ਕਿਉਂ ਖਲੋ ਰਿਹਾ ਏ, ਐਦਾਂ ਤੂੰ ਵਿਚਾਰਿਆ, ਵੀ ਇੱਥੇ ਕਿਉਂ ਖੜਾ ਏ ਤੂੰ। ਅੱਖੀਆਂ ਨੂੰ ਪੂੰਝਦੇ ਨੇ ਦਿੱਤਾ ਏ ਜਵਾਬ ਅੱਗੋਂ, ਤੇਰੀ ਮੋਹਣੀ ਮੂਰਤ ਉੱਤੇ ਮੈਂ ਹਾਂ ਗਿਆ ਵਾਰਿਆ। ਠੀਕ ਹੈ, ਮੈਂ ਵਾਰਿਆ ਗਿਆ ਤੇਰੀ ਬਹੁਤ ਸੋਹਣੀ ਸੂਰਤ ਦੇ ਉੱਪਰ। ਅੱਖਿਓਂ ਪਰੋਖੇ ਹੋਣਾ ਮੁੱਖ ਤੇਰਾ ਮੌਤ ਮੇਰੀ, ਸੋਮਾ ਇਹ ਜ਼ਿੰਦਗੀ ਦਾ ਦਰਸ ਤੇਰਾ ਧਾਰਿਆ। ਵੀ ਜੇ ਤੂੰ ਇੱਕ ਪਲ ਵੀ ਮੇਰੇ ਅੱਖਾਂ ਤੋਂ ਦੂਰ ਚਲੀ ਜਾਏਂਗੀ ਤਾਂ ਮੇਰੀ ਮੌਤ ਹੋ ਜਾਵੇਗੀ। ਇਹ ਮੇਰੀ ਜ਼ਿੰਦਗੀ ਦਾ ਪੂਰਾ ਸੋਮਾ ਏ, ਤੇਰੇ ਦਰਸ਼ਨ ਵੀ ਮੈਂ ਧਾਰ ਲਿਆ, ਵੀ ਮੈਂ ਤੈਨੂੰ ਦੇਖਣਾ ਚਾਹੁੰਦਾ ਏ ਲਗਾਤਾਰ। ਠੀਕ ਹੈ, ਮੈਂ ਵੀ ਤੈਨੂੰ ਥੋੜ੍ਹਾ ਜਿਹਾ ਚਾਹਨੀ ਆ ਵੰਗਾਰਿਆ। ਉਸ ਤੋਂ ਬਾਅਦ ਬੋਲੀ ਮੁਟਿਆਰ ਅੱਗੋਂ ਪਿਆਰ ਦੇ ਪੁਜਾਰੀਆ ਵੇ, ਮੈਂ ਵੀ ਤੈਨੂੰ ਥੋੜ੍ਹਾ ਜਿਹਾ ਚਾਹਨੀ ਆ ਵੰਗਾਰਿਆ। ਕੱਢ ਕੇ ਲਿਆਵੇਂ ਜੇ ਤੂੰ ਦਿਲ ਮਾਂ ਆਪਣੀ ਦਾ, ਲਾਵਾਂ ਈ ਮੈਂ ਤੇਰੇ ਨਾਲ ਲੈ ਲਾਂਗੀ ਕਵਾਰਿਆ। ਠੀਕ ਹੈ ਨਾ, ਵੀ ਮੈਂ ਵੀ ਤੈਨੂੰ ਚਾਹੁੰਦੀ ਹਾਂ ਵੀ ਜੇ ਤੂੰ ਆਪਣੀ ਮਾਂ ਦਾ ਦਿਲ ਕੱਢ ਕੇ ਲਿਆਵੇਂ ਤਾਂ ਮੈਂ ਤੇਰੇ ਨਾਲ ਲਾਵਾਂ ਲੈ ਲਾਂਗੀ, ਮਤਲਬ ਵਿਆਹ ਕਰਾ ਲਾਂਗੀ। ਐਨੀ ਗੱਲ ਸੁਣੀ ਤੇ ਉਹ ਨੱਸਾ ਨੱਸਾ ਘਰ ਆਇਆ, ਆਣ ਸੁੱਤੀ ਮਾਂ ਦੇ ਕਲੇਜੇ ਛੁਰਾ ਮਾਰਿਆ। ਵੀ ਇਹ ਭੱਜ ਕੇ ਗਿਆ, ਉਹ ਨੱਸਾ ਨੱਸਾ ਮਤਲਬ ਭੱਜ ਕੇ ਗਿਆ, ਸੁੱਤੀ ਹੋਈ ਮਾਂ ਦੇ ਉਹਨੇ ਕਾਲਜੇ ਦੇ ਵਿੱਚ ਛੁਰਾ ਮਾਰਿਆ। ਸ਼ਗਨਾਂ ਦੀ ਮਹਿੰਦੀ ਜਿਹਨੇ ਹੱਥਾਂ ਉੱਤੇ ਲਾਉਣੀ ਸੀ, ਘੋੜੀਆਂ ਸੁਹਾਗ ਗਾਉ ਕੇ
ਚੰਨਾ ਮਾਈਆ ਤਾਰਿਆ। ਅੱਜ ਉਹਦੀ ਰੱਤ ਵਿੱਚ ਹੱਥਾਂ ਨੂੰ ਹੰਗਾਲ ਕੇ ਤੇ ਵੇਖੋ ਖੂਨੀ ਪੁੱਤ ਨੇ ਪਿਆਰ ਕੀ ਨਤਾਰਿਆ। ਵੀ ਜਿਹਨੇ ਸ਼ਗਨਾਂ ਦੀ ਮਹਿੰਦੀ ਉਹਦੇ ਹੱਥਾਂ 'ਤੇ ਲਾਉਣੀ ਸੀ, ਵੀ ਘੋੜੀਆਂ ਸੁਹਾਗ ਗਾਉਣੇ ਸੀ, ਚੰਨਾ ਮਾਈਏ ਗਾਉਣੇ ਸੀ, ਠੀਕ ਹੈ ਨਾ, ਉਹੀ ਖੂਨੀ ਪੁੱਤ ਨੇ ਕੀ ਕਰਤਾ, ਉਸ ਦੇ ਖੂਨ ਨਾਲ ਆਪਣੇ ਹੱਥ ਰੰਗ ਲਏ। ਓੜਕ ਉੱਥੋਂ ਉੱਠ ਨੱਸਾ, ਦਿਲ ਲੈ ਕੇ ਮਾਂ ਦਾ ਉਹ, ਉਹਦੇ ਲਈ ਜਿਹਦੇ ਲਈ ਕਹਿਰ ਸੀ ਗੁਜ਼ਾਰਿਆ। ਉਹਦੇ ਵਾਸਤੇ ਜਿਹਦੇ ਵਾਸਤੇ ਸਾਰਾ ਕਹਿਰ ਉਹਨੇ ਗੁਜ਼ਾਰਿਆ ਸੀ, ਮਾੜੀ ਗੱਲ ਕੀਤੀ ਸੀ, ਦਿਲ ਲੈ ਕੇ ਭੱਜਣ ਲੱਗਾ। ਉੱਚਾ ਨੀਵਾਂ ਰਾਹ ਵੀ ਨਾ ਸੋਚਿਆ ਵਿਚਾਰਿਆ, ਠੇਡਾ ਲੱਗਾ ਡਿੱਗ ਪਿਆ ਮੁੰਦੜੇ ਮੂੰਹ ਜਿਮੀ ਉੱਤੇ। ਉੱਚਾ ਨੀਵਾਂ ਥਾਂ ਨਹੀਂ, ਵੀ ਠੇਡਾ ਲੱਗਿਆ ਧਰਤੀ 'ਤੇ, ਜਿਮੀ ਮਤਲਬ ਜ਼ਮੀਨ 'ਤੇ ਡਿੱਗ ਪਿਆ। ਉਸੇ ਵੇਲੇ ਮੁੱਠ ਵਿੱਚੋਂ ਦਿਲੇ ਪੁਕਾਰਿਆ, ਵੀ ਜਦੋਂ ਡਿੱਗ ਪਿਆ ਤਾਂ ਦਿਲ ਪੁਕਾਰਿਆ, ਲੱਖ ਲੱਖ ਵਾਰੀ ਤੇਥੋਂ ਵਾਰੀ ਜਾਵੇ ਅੰਬੜੀਏ, ਸੱਟ ਤਾਂ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ। ਠੀਕ ਹੈ ਨਾ, ਵੀ ਮਾਂ ਦਾ ਦਿਲ ਫਿਰ ਵੀ ਬੋਲਿਆ ਵੀ ਮੈਂ ਤੇਤੋਂ ਲੱਖ ਲੱਖ ਵਾਰੀ ਜਾਨੀ ਹਾਂ, ਵੀ ਤੇਰੇ ਦਿਲ 'ਤੇ ਤੇਤੋਂ ਸੱਟ ਤਾਂ ਨਹੀਂ ਲੱਗੀ ਮੇਰੇ ਪਿਆਰੇ ਬੱਚੇ, ਹੈ ਨਾ। ਸ਼ਰਫ ਜੀ ਇਹ ਹੌਸਲਾ ਹੈ ਮਾਂ ਦੇ ਪਿਆਰ ਦਾ ਹੀ, ਪੁੱਤ ਹੱਥੋਂ ਮਰ ਕੇ ਵੀ ਮੋਹ ਨਹੀਂ ਵਿਸਾਰਿਆ। ਵੀ ਵਾਕਈ ਉਹਨੇ ਪੁੱਤ ਦੇ ਹੱਥੋਂ ਮਰ ਕੇ ਵੀ ਮੋਹ ਨਹੀਂ ਵਿਸਾਰਿਆ। ਸੱਚਮੁੱਚ ਬੱਚੋ ਦਿਲ ਨੂੰ ਭਾਉਂਦੀ ਹੈ ਇਹ ਕਵਿਤਾ, ਬਹੁਤ ਸੁੰਦਰ ਹੈ, ਮਤਲਬ ਭਾਵੁਕ ਕਰ ਦਿੰਦੀ ਹੈ। ਵੀ ਜੇ ਕਹਿੰਦੇ ਪਰਮਾਤਮਾ, ਹਰ ਕੋਈ ਕਹਿੰਦਾ ਵੀ ਪਰਮਾਤਮਾ ਧਰਤੀ 'ਤੇ ਨਹੀਂ ਆ ਸਕਦਾ, ਤਾਂ ਉਹਨੇ ਕੀ ਕੀਤਾ, ਔਰਤ ਨੂੰ ਮਾਂ ਦੇ ਰੂਪ ਦੇ ਵਿੱਚ ਭੇਜਿਆ ਹੈ। ਮਤਲਬ ਮਾਂ ਆਪਣੇ ਬੱਚੇ ਲਈ ਕੋਈ ਵੀ ਦੁੱਖ ਸਹਾਰ ਸਕਦੀ ਹੈ, ਛੋਟੀ ਤੋਂ ਛੋਟੀ ਕੀੜੀ ਲਾ ਲਓ, ਹੈ ਨਾ, ਵੱਡੇ ਤੋਂ ਵੱਡਾ ਜੀਵ ਲਾ ਲਓ, ਤਾਂ ਮਾਂ ਉਹਦੇ ਲਈ ਜਾਨ ਕੁਰਬਾਨ ਕਰਦੀ ਹੈ। ਆਪਾਂ ਦੇਖਦੇ ਹਾਂ ਵੀ ਜਦੋਂ ਕੋਈ ਪਸ਼ੂ ਦਾ ਜਾਂ ਕਿਸੇ ਮਤਲਬ ਪੰਛੀ ਦਾ ਮੁਸੀਬਤ ਦੇ ਵਿੱਚ ਹੁੰਦਾ ਬੱਚਾ ਏ, ਤਾਂ ਉਹ ਮਾਂ ਆਲੇ ਦੁਆਲੇ ਰੌਲਾ ਪਾਉਂਦੀ ਫਿਰੀ ਜਾਂਦੀ ਹੈ, ਲੱਭਦੀ ਫਿਰੀ ਜਾਂਦੀ ਹੈ, ਲੋਕਾਂ ਨੂੰ ਬੁਲਾ ਬੁਲਾ ਕੇ ਲਿਆਉਂਦੀ ਹੈ, ਆਪਾਂ ਦੇਖਦੇ ਹਾਂ ਅਕਸਰ। ਸੋ ਬੱਚਿਓ, ਆਪਾਂ ਦੇਖਦੇ ਹਾਂ ਵੀ ਔਰਤਾਂ ਦੇ ਪਿੱਛੇ ਲੱਗ ਕੇ ਲੋਕ ਆਪਣੀ ਮਾਂ ਨੂੰ ਭੁੱਲ ਜਾਂਦੇ ਨੇ। ਇੱਦਾਂ ਕਦੀ ਨਹੀਂ ਕਰਨਾ ਹੈਗਾ। ਮਾਂ ਇੱਕ ਮਾਂ ਏ ਬੱਚੋ। ਮਾਂ ਪਿਓ ਦਾ ਰਿਸ਼ਤਾ ਤਾਂ ਬਿਨਾਂ ਮਤਲਬ ਦੇ ਰਿਸ਼ਤੇ ਨੇ। ਹੋਰ ਸਾਰੀ ਦੁਨੀਆ ਦੇ ਵਿੱਚ ਜੇ ਤੁਸੀਂ ਪਿਆਰ ਕਰੋਗੇ ਤਾਂ ਹੀ ਤੁਹਾਨੂੰ ਪਿਆਰ ਮਿਲਦਾ, ਅਤੇ ਮਾਂ ਪਿਓ ਦਾ ਇੱਕ ਰਿਸ਼ਤਾ ਇਹੋ ਜਿਹਾ ਜਿਹੜਾ ਕਦੇ ਤੁਹਾਡੇ ਪਿਆਰ ਦੀ ਉਮੀਦ ਨਹੀਂ ਕਰਦਾ, ਉਹ ਆਪ ਨਹੀਂ ਖਾਂਦਾ। ਜਦੋਂ ਇੱਕ ਪੰਛੀ ਜਿਨ੍ਹਾਂ ਨੂੰ ਕੋਈ ਸੋਚ ਨਹੀਂ ਹੁੰਦੀ ਆਪ ਨਹੀਂ ਖਾਂਦੇ, ਉਹ ਆਪਣੇ ਬੱਚਿਆਂ ਨੂੰ ਚੋਗਾ ਪਾਉਂਦੇ ਨੇ, ਇਸ ਤਰ੍ਹਾਂ ਮਨੁੱਖ ਵੀ ਆਪਣੀ ਮਾਂ ਨੂੰ ਕਦੇ ਨਹੀਂ ਬੱਚੋ ਭੁਲਾਉਣਾ ਚਾਹੀਦਾ। ਜਿਹੜਾ ਬੰਦਾ ਆਪਣੀ ਮਾਂ ਨੂੰ ਦੁੱਖ ਦਿੰਦਾ ਨਾ ਬੱਚਿਓ, ਉਹਦੀ ਕਿਸੇ ਥਾਂ ਢੋਈ ਨਹੀਂ ਹੁੰਦੀ। ਤਾਂ ਆਪਾਂ ਇਹੋ ਜਿਹੇ ਗੰਦੇ ਬੱਚੇ ਦੀ ਤਰ੍ਹਾਂ ਨਹੀਂ ਬਣਨਾ, ਨੌਜਵਾਨ ਦੀ ਤਰ੍ਹਾਂ, ਹੈ ਨਾ। ਆਪਾਂ ਚੰਗੇ ਬੱਚੇ ਬਣ ਕੇ ਆਪਣੀ ਮਾਂ ਦੀ ਸੇਵਾ ਕਰਨੀ ਹੈ। ਤਾਂ ਬੱਚਿਓ ਕੀ ਹੈ, ਇਹਦਾ ਕੇਂਦਰੀ ਭਾਵ ਇਹੀ ਹੈ ਕਿ ਮਾਂ ਸੁੱਖਾਂ ਸੁੱਖ ਕੇ ਆਪਣੇ ਪੁੱਤਰ ਨੂੰ ਪ੍ਰਾਪਤ ਕਰਦੀ ਹੈ, ਦੁੱਖ ਸਹਿੰਦੀ ਹੈ, ਪਾਲਦੀ ਹੈ, ਪੋਸਦੀ ਹੈ, ਪਰ ਪੁੱਤਰ ਕੀ ਹੋ ਜਾਂਦਾ, ਕਪੁੱਤਰ ਹੋ ਜਾਂਦਾ ਹੈ। ਤਾਂ ਉਹ ਇੱਕ ਔਰਤ ਦੇ ਪਿੱਛੇ ਲੱਗ ਕੇ ਮਾਂ ਦਾ ਕਤਲ ਕਰਦਾ ਹੈ। ਜਦੋਂ ਡਿੱਗਦਾ ਮਾਂ ਫਿਰ ਵੀ ਉਹਦੀ ਜਿਹੜੀ ਸੁੱਖ ਮੰਗਦੀ ਹੈ। ਇਹ ਸਾਰੀ ਕਹਾਣੀ ਆਪਾਂ ਲਿਖ ਸਕਦੇ ਹਾਂ, ਠੀਕ ਹੈ ਬੱਚੋ। ਚਲੋ ਹੁਣ ਭਾਵਨਾ ਦੇ ਵਿੱਚ ਬਹਿ ਕੇ ਆਪਾਂ ਪ੍ਰਸ਼ਨ ਉੱਤਰ ਕਰੀਏ। ਫਿਰੋਜ਼ ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਦਾ ਨਾਂ ਦੱਸੋ ਜੋ ਪੜ੍ਹੀ ਆਪਾਂ, ਮਾਂ ਦਾ ਦਿਲ। ਕਵੀ ਅਨੁਸਾਰ ਕਿਹਨਾਂ ਨੇ ਮਾਂ ਦੇ ਪਿਆਰ ਦੀ ਫੋਟੋ ਉਤਾਰਨ ਦਾ ਯਤਨ ਕੀਤਾ, ਕਵੀਆਂ ਅਤੇ ਲਿਖਾਰੀਆਂ ਨੇ। ਕਵੀ ਅਨੁਸਾਰ ਕਿਸ ਚੀਜ਼ ਦੀ ਡੂੰਘਾਈ ਦਾ ਅੱਜ ਤੱਕ ਨਹੀਂ ਪਤਾ ਲੱਗਿਆ, ਮਾਂ ਦੇ ਦਿਲ ਦਾ। ਸ਼ਰਫ ਅਨੁਸਾਰ ਮਾਂ ਦਾ ਦਿਲ ਕੀ ਹੈ, ਮੁਹੱਬਤਾਂ ਦਾ ਸੋਮਾ। ਕਵੀ ਅਨੁਸਾਰ ਮਾਂ ਨੂੰ ਪੁੱਤਰ ਮਿਲਣ 'ਤੇ ਉਸਨੇ ਕਿਸ ਦਾ ਸ਼ੁਕਰ ਕੀਤਾ, ਰੱਬ ਦਾ। ਮਾਂ ਨੇ ਪੁੱਤਰ ਦੀ ਪਾਲਣਾ ਕਿਸ ਤਰ੍ਹਾਂ ਕੀਤੀ, ਲੋਰੀਆਂ ਦੇ ਕੇ, ਮੁਹੱਬਤਾਂ ਅਤੇ ਅਸੀਸਾਂ ਨਾਲ। ਨੌਜਵਾਨ ਤੇ ਸੁੰਦਰੀ ਨੇ ਕਿਸ ਚੀਜ਼ ਦਾ ਵਾਰ ਕੀਤਾ, ਖੂਨੀ ਨੈਣਾਂ ਦਾ। ਨੌਜਵਾਨ ਕਿਸ ਉੱਤੋਂ ਵਾਰਿਆ ਗਿਆ, ਕੁੜੀ ਦੀ ਸੋਹਣੀ ਸੂਰਤ ਤੋਂ। ਸੁੰਦਰੀ ਨੇ ਨੌਜਵਾਨ ਤੋਂ ਕੀ ਮੰਗਿਆ, ਉਸਦੀ ਮਾਂ ਦਾ ਦਿਲ। ਪੁੱਤਰ ਨੇ ਮਾਂ ਦੇ ਕਲੇਜੇ ਵਿੱਚ ਕੀ ਮਾਰਿਆ ਸੀ, ਛੁਰਾ। ਨੌਜਵਾਨ ਦੇ ਠੇਡੇ ਖਾ ਕੇ ਡਿੱਗਣ ਉੱਤੇ ਮਾਂ ਦੇ ਦਿਲ ਨੇ ਕੀ ਕਿਹਾ ਕਿ ਉਸ ਨੂੰ ਸੱਟ ਤਾਂ ਨਹੀਂ ਲੱਗੀ। ਮਾਂ ਨੇ ਮਰ ਕੇ ਵੀ ਕੀ ਨਹੀਂ ਛੱਡਿਆ, ਪੁੱਤਰ ਦਾ ਮੋਹ। ਸੋ ਬੱਚਿਓ, ਆਪਾਂ ਨੂੰ ਕੀ ਕਰਨਾ ਚਾਹੀਦਾ, ਆਪਣੀ ਮਾਂ ਨੂੰ ਬਹੁਤ ਪਿਆਰ ਕਰਨਾ ਚਾਹੀਦਾ, ਠੀਕ ਹੈ ਨਾ। ਅਤੇ ਤਾਂ ਹੀ ਸਭ ਨਿਆਮਤਾਂ ਤੁਹਾਨੂੰ ਮਿਲਣਗੀਆਂ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।